ਹੈਲੋ ਮਾਈ ਡੀਅਰ ਸਟੂਡੈਂਟਸ, ਅੱਜ ਅਸੀਂ ਤੁਹਾਡਾ 7th ਕਲਾਸ ਦਾ ਸਮਾਜਿਕ ਸਿੱਖਿਆ ਦਾ ਟੈਸਟ ਦਾ ਪੇਪਰ ਹੱਲ ਕਰਾਂਗੇ। ਸਾਡਾ ਪਹਿਲਾ ਪ੍ਰਸ਼ਨ ਹੈ, ਭਾਰਤ ਦੇ ਦੱਖਣ ਵਿੱਚ ਲੱਖਾਂ ਕਰੋੜਾਂ ਸਾਲ ਪਹਿਲਾਂ ਜਵਾਲਾਮੁਖੀ ਫਟਦੇ ਰਹੇ ਹਨ ਅਤੇ ਲਾਵਾ ਜਮ੍ਹਾਂ ਹੁੰਦਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਦੱਖਣੀ ਭਾਰਤ ਵਿੱਚ ਕਿਹੜੀਆਂ ਚੱਟਾਨਾਂ ਵਧੇਰੇ ਮਾਤਰਾ ਵਿੱਚ ਮਿਲਦੀਆਂ ਹਨ? ਆਪਸ਼ਨਸ ਹਨ ਅਗਨੀ ਚੱਟਾਨਾਂ, ਤਹਿਦਾਰ ਚੱਟਾਨਾਂ, ਰੂਪਾਂਤਰਿਤ ਚੱਟਾਨਾਂ। ਇਹਨਾਂ ਵਿੱਚੋਂ ਕੋਈ ਨਹੀਂ। ਸਾਡਾ ਸਹੀ ਉੱਤਰ ਹੈ ਅਗਨੀ ਚੱਟਾਨਾਂ। ਪੰਜਾਬ ਵਿੱਚ ਅਕਤੂਬਰ-ਨਵੰਬਰ ਦੇ ਮਹੀਨਿਆਂ ਦੌਰਾਨ ਪਰਾਲੀ ਦੇ ਧੂੰਏਂ ਅਤੇ ਧੁੰਦ ਦੇ ਮਿਸ਼ਰਣ ਕਰਕੇ ਆਲੇ ਦੁਆਲੇ ਪ੍ਰਦੂਸ਼ਣ ਫੈਲ ਜਾਂਦਾ ਹੈ। ਧੂੰਏਂ ਅਤੇ ਧੁੰਦ ਦੇ ਇਸ ਮਿਸ਼ਰਣ ਨੂੰ ਕੀ ਆਖਦੇ ਹਨ? ਸਮੋਕ, ਫੋਗ, ਉਕਤ। ਸਾਰੇ ਪਿਆਰੇ ਬੱਚਿਓ, ਧੂੰਏਂ ਅਤੇ ਧੁੰਦ ਦੇ ਇਸ ਮਿਸ਼ਰਣ ਨੂੰ ਸਮੋਗ ਆਖਦੇ ਹਨ। ਮੰਨ ਲਓ ਤੁਸੀਂ ਪੈਰਾਗਲਾਈਡਰ ਰਾਹੀਂ ਉਡਾਨ ਭਰੀ ਹੈ ਅਤੇ ਹੁਣ ਉਸ ਮੰਡਲ ਵਿੱਚੋਂ ਜਿਸ ਵਿੱਚ ਮੌਸਮ ਨਾਲ ਸੰਬੰਧਿਤ ਕਿਰਿਆਵਾਂ ਜਿਵੇਂ ਮੀਂਹ, ਹਨੇਰੀ, ਬੱਦਲ, ਤੂਫਾਨ ਆਦਿ ਆਉਂਦੇ ਹਨ। ਹੇਠਾਂ ਲਿਖਿਆਂ ਵਿੱਚੋਂ ਪਛਾਣੋ ਕਿ ਤੁਸੀਂ ਕਿਸ ਮੰਡਲ ਵਿੱਚ ਹੋ। ਆਪਸ਼ਨਸ ਹਨ ਤਾਪ ਮੰਡਲ, ਮੱਧਵਰਤੀ ਮੰਡਲ, ਸਮਤਾਪ ਮੰਡਲ, ਅਸ਼ਾਂਤ ਮੰਡਲ। ਤਾਂ ਪਿਆਰੇ ਬੱਚਿਓ, ਤੁਸੀਂ ਕਿਸ ਮੰਡਲ ਵਿੱਚ ਹੋ? ਅਸ਼ਾਂਤ ਮੰਡਲ। ਸੁਖਪ੍ਰੀਤ ਸਰ ਬੱਚਿਆਂ ਨੂੰ ਭੂਮੀ ਖਿਸਕਣ ਦੇ ਕਾਰਨਾਂ ਬਾਰੇ ਪੜ੍ਹਾ ਰਹੇ ਸਨ। ਉਹਨਾਂ ਨੇ ਦੱਸਿਆ ਕਿ ਭਾਰਤ ਵਿੱਚ ਹਿਮਾਲਿਆ ਖੇਤਰ ਵਿੱਚ ਭੂਮੀ ਖਿਸਕਣ ਨੂੰ ਹੇਠ ਲਿਖੇ ਤਰੀਕਿਆਂ ਨਾਲ ਘਟਾਇਆ ਜਾ ਸਕਦਾ ਹੈ। ਆਪਸ਼ਨਸ ਹਨ ਵੱਧ ਤੋਂ ਵੱਧ ਸੜਕਾਂ ਬਣਾ ਕੇ, ਵੱਧ ਤੋਂ ਵੱਧ ਰੁੱਖ ਲਗਾ ਕੇ, ਪਸ਼ੂ ਚਰਾਈ ਵਧਾ ਕੇ, ਵਸੋਂ ਵਿੱਚ ਵਾਧਾ ਕਰਕੇ। ਤਾਂ ਪਿਆਰੇ ਬੱਚਿਓ, ਭੂਮੀ ਖਿਸਕਣ ਨੂੰ ਕਿਸ ਤਰ੍ਹਾਂ ਘਟਾਇਆ ਜਾ ਸਕਦਾ ਹੈ? ਵੱਧ ਤੋਂ ਵੱਧ ਰੁੱਖ ਲਗਾ ਕੇ। ਸੂਰਜ ਅਤੇ ਧਰਤੀ ਦੇ ਅੰਤਰੀਵ ਤੋਂ ਧਰਤੀ ਨੂੰ ਕੀ ਮਿਲਦਾ ਹੈ? ਹਵਾ, ਰੋਸ਼ਨੀ, ਤਾਪਮਾਨ, ਦਬਾਅ। ਬੱਚਿਓ, ਕੀ ਮਿਲਦਾ ਹੈ? ਤਾਪਮਾਨ। ਇਹ ਧਰਤੀ ਦਾ ਬਿਲਕੁਲ ਕੇਂਦਰੀ ਭਾਗ ਹੈ। ਇੱਥੇ ਤਾਪਮਾਨ ਬਹੁਤ ਉੱਚਾ ਹੋਣ ਕਰਕੇ ਚੱਟਾਨਾਂ ਪਿਘਲ ਜਾਂਦੀਆਂ ਹਨ। ਇਸ ਪਰਤ ਵਿੱਚ ਨਿੱਕਲ ਅਤੇ ਲੋਹਾ ਵਧੇਰੇ ਮਾਤਰਾ ਵਿੱਚ ਮਿਲਦੇ ਹਨ। ਆਪਸ਼ਨਸ ਹਨ ਸਿਆਲ, ਸੀਮਾ, ਨਾਈਫ। ਇਹਨਾਂ ਵਿੱਚੋਂ ਕੋਈ ਨਹੀਂ। ਬੱਚਿਓ, ਸਹੀ ਉੱਤਰ ਹੈ ਨਾਈਫ। ਨਾਈਫ ਮੀਨਸ ਨਿੱਕਲ ਅਤੇ ਆਇਰਨ। ਜਿਹੜਾ ਆਇਰਨ ਹੈ ਉਸ ਦਾ ਸਰੋਤ ਕੀ ਹੁੰਦਾ ਹੈ? Fe। ਹਿਮਾਲਿਆ ਦੇ ਖੇਤਰ ਵਿੱਚ ਦਰੱਖਤਾਂ ਦੀ ਵੱਧ ਤੋਂ ਵੱਧ ਕਟਾਈ ਹੋ ਰਹੀ ਹੈ। ਪਸ਼ੂ ਚਰਾਈ ਵੱਧ ਰਹੀ ਹੈ। ਮਨੁੱਖੀ ਦਖਲ ਵੱਧ ਰਿਹਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਸੇ ਸਿੱਟੇ ਵਜੋਂ ਇਸ ਖੇਤਰ ਵਿੱਚ ਕਿਸ ਆਫਤ ਦਾ ਖਤਰਾ ਵੱਧ ਰਿਹਾ ਹੈ? ਆਪਸ਼ਨਸ ਹਨ ਚੱਟਾਨਾਂ ਦਾ ਬਣਨਾ, ਭੂਮੀ ਦਾ ਖਿਸਕਣਾ, ਸੁਨਾਮੀ, ਜਵਾਲਾਮੁਖੀ ਫਟਣਾ। ਸਹੀ ਉੱਤਰ ਹੈ ਭੂਮੀ ਦਾ ਖਿਸਕਣਾ। ਤੁਸੀਂ ਮੁਗਲ ਕਾਲ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਤਾਂ ਤੁਹਾਡੇ ਕੋਲ ਦੋ ਤਰ੍ਹਾਂ ਦੇ ਸਰੋਤ ਮੌਜੂਦ ਹਨ, ਪੁਰਾਤੱਤਵ ਸਰੋਤ ਅਤੇ ਸਾਹਿਤਕ ਸਰੋਤ। ਹੇਠ ਲਿਖਿਆਂ ਵਿੱਚੋਂ ਕਿਹੜਾ ਪੁਰਾਤੱਤਵ ਸਰੋਤ ਨਹੀਂ ਹੈ? ਪ੍ਰਾਚੀਨ ਇਮਾਰਤਾਂ, ਸ਼ਿਲਾਲੇਖ, ਸਿੱਕੇ, ਸਵੈ ਜੀਵਨੀਆਂ। ਬੱਚਿਓ, ਜੋ ਸਵੈ ਜੀਵਨੀਆਂ ਹਨ ਉਹ ਪੁਰਾਤੱਤਵ ਸਰੋਤ ਨਹੀਂ ਹਨ। ਉਸ ਸ਼ਾਸਕ ਦਾ ਨਾਮ ਦੱਸੋ ਜਿਸ ਨੇ ਸੈਨਿਕ ਨਿਯੰਤਰਣ ਲਈ ਸੈਨਿਕਾਂ ਦੇ ਹੁਲੀਏ ਲਿਖ ਕੇ ਰੱਖਣ ਅਤੇ ਘੋੜਿਆਂ ਨੂੰ ਦਾਗਣ ਦੀ ਪ੍ਰਥਾ ਸ਼ੁਰੂ ਕੀਤੀ ਅਤੇ ਸੈਨਿਕਾਂ ਨੂੰ ਨਗਦ ਤਨਖਾਹ ਦੇਣੀ ਸ਼ੁਰੂ ਕੀਤੀ। ਆਪਸ਼ਨਸ ਹਨ ਇਲਤਮਸ਼, ਅਲਾਉਦੀਨ ਖਿਲਜੀ, ਮੁਹੰਮਦ ਬਿਨ ਤੁਗਲਕ, ਫਿਰੋਜ਼ ਤੁਗਲਕ। ਸਹੀ ਉੱਤਰ ਹੈ ਅਲਾਉਦੀਨ ਖਿਲਜੀ। ਮੁਗਲ ਬਾਦਸ਼ਾਹ ਅਕਬਰ ਦੇ ਰਾਜਕਾਲ ਸਮੇਂ ਇੱਕ ਅਜਿਹੀ ਲਗਾਨ ਪ੍ਰਣਾਲੀ ਪ੍ਰਚਲਿਤ ਸੀ ਜਿਸ ਦੇ ਲਗਾਨ ਪੂਰੇ ਪਿੰਡ ਦੀ ਸਾਂਝੀ ਉਪਜ ਦੇ ਆਧਾਰ 'ਤੇ ਤੈਅ ਕੀਤਾ ਜਾਂਦਾ ਸੀ। ਕੀ ਤੁਸੀਂ ਜਾਣਦੇ ਹੋ ਪ੍ਰਣਾਲੀ ਕਿਹੜੀ ਸੀ? ਕਨਕੂਤ ਪ੍ਰਣਾਲੀ, ਬਟਾਈ ਪ੍ਰਣਾਲੀ, ਨਸਕ ਪ੍ਰਣਾਲੀ, ਮਨਸਬਦਾਰੀ ਪ੍ਰਣਾਲੀ। ਪਿਆਰੇ ਬੱਚੇ, ਉਸ ਪ੍ਰਣਾਲੀ ਦਾ ਨਾਮ ਸੀ ਨਸਕ ਪ੍ਰਣਾਲੀ। ਉਸ ਲੜਾਈ ਦਾ ਨਾਮ ਦੱਸੋ ਜਿਸ ਨੇ ਭਾਰਤ ਵਿੱਚ ਦਿੱਲੀ ਸਲਤਨਤ ਦਾ ਖਾਤਮਾ ਕਰਕੇ ਮੁਗਲ ਸਾਮਰਾਜ ਦਾ ਮੁੱਢ ਬੰਨ੍ਹਿਆ। ਇਸ ਲੜਾਈ ਤੋਂ ਬਾਅਦ ਭਾਰਤ ਵਿੱਚ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਤਬਦੀਲੀਆਂ ਆਈਆਂ ਅਤੇ ਦੇਸ਼ ਲੰਬੇ ਸਮੇਂ ਲਈ ਮੁਗਲਾਂ ਦਾ ਗੁਲਾਮ ਹੋ ਗਿਆ। ਆਪਸ਼ਨਸ ਹਨ ਕਨਵਾ ਦੀ ਲੜਾਈ, ਘਾਗਰਾ ਦੀ ਲੜਾਈ, ਪਾਣੀਪਤ ਦੀ ਲੜਾਈ, ਚੰਦੇਰੀ ਦੀ ਲੜਾਈ। ਸਾਡਾ ਸਹੀ ਉੱਤਰ ਹੈ ਪਾਣੀਪਤ ਦੀ ਲੜਾਈ। ਸੁਖਮਨੀ ਨੇ ਮੁਹੰਮਦ ਬਿਨ ਤੁਗਲਕ ਦੇ ਰਾਜ ਪ੍ਰਬੰਧ ਅਤੇ ਉਸ ਦੁਆਰਾ ਬਣਾਈਆਂ ਯੋਜਨਾਵਾਂ ਦਾ ਅਧਿਐਨ ਕੀਤਾ। ਹੇਠ ਲਿਖਿਆਂ ਵਿੱਚੋਂ ਕਿਹੜੀ ਯੋਜਨਾ ਮੁਹੰਮਦ ਬਿਨ ਤੁਗਲਕ ਨਾਲ ਸੰਬੰਧਿਤ ਨਹੀਂ ਹੈ? ਆਪਸ਼ਨਸ ਦੇਖਦੇ ਹਾਂ। ਦੇਵਗਿਰੀ ਨੂੰ ਰਾਜਧਾਨੀ ਬਣਾਉਣਾ, ਕਾਂਸੇ ਦੇ ਸਿੱਕੇ ਚਲਾਉਣਾ, ਦੁਆਬੇ ਵਿੱਚ ਟੈਕਸ ਵਧਾਉਣਾ, ਲਹੂ ਅਤੇ ਲੋਹ ਦੀ ਨੀਤੀ ਅਪਣਾਉਣਾ। ਸਹੀ ਉੱਤਰ ਹੈ ਲਹੂ ਅਤੇ ਲੋਹ ਦੀ ਨੀਤੀ ਅਪਣਾਉਣਾ। ਤੁਹਾਨੂੰ ਪਤਾ ਹੈ ਲਹੂ ਅਤੇ ਲੋਹ ਦੀ ਨੀਤੀ ਬਲਬਨ ਦੁਆਰਾ ਅਪਣਾਈ ਗਈ ਸੀ। ਜੈਸਮਿਨ ਦੀ ਸਹੇਲੀ ਨੇ ਉਸਨੂੰ ਇੱਕ ਖਾਸ ਤਰ੍ਹਾਂ ਦੇ ਲੋਕਾਂ ਬਾਰੇ ਦੱਸਿਆ ਜੋ ਆਮ ਤੌਰ 'ਤੇ ਜੰਗਲਾਂ ਵਿੱਚ ਰਹਿੰਦੇ ਹਨ। ਇਹ ਲੋਕ ਮੌਸਮੀ ਤਬਦੀਲੀ ਆਉਣ ਕਰਕੇ ਅਤੇ ਚਾਰੇ ਦੀ ਕਮੀ ਹੋ ਜਾਣ ਕਾਰਨ ਪਸ਼ੂਆਂ ਦੇ ਝੁੰਡ ਸਮੇਤ ਇੱਕ ਥਾਂ ਤੋਂ ਦੂਜੀ ਥਾਂ 'ਤੇ ਘੁੰਮਦੇ ਰਹਿੰਦੇ ਹਨ। ਕੀ ਤੁਸੀਂ ਜਾਣਦੇ ਹੋ ਉਹ ਕਿਹੜੇ ਲੋਕਾਂ ਦੀ ਗੱਲ ਕਰ ਰਹੀ ਹੈ? ਆਪਸ਼ਨਸ ਹਨ
कबाइली, खाना बदोश, कवि, सूफी। सही उत्तर है खाना बदोश। रजिया सुल्तान किस दी पुत्री सी? बलबन, अलाउद्दीन खिलजी, कुतुबुद्दीन ऐबक, इल्तमिश। रजिया सुल्तान इल्तमिश ਦੀ ਪੁੱਤਰੀ ਸੀ। ਭਾਰਤ 'ਤੇ ਲੰਬਾ ਸਮਾਂ ਰਾਜ ਕਰਨ ਵਾਲੇ ਮੁਗਲ ਮੱਧ ਏਸ਼ੀਆ ਦੇ ਇੱਕ ਜ਼ਾਲਿਮ ਮੰਗੋਲ ਸ਼ਾਸਕ ਦੇ ਵੰਸ਼ਜ ਸਨ। ਕੀ ਤੁਸੀਂ ਉਸ ਮੰਗੋਲ ਸ਼ਾਸਕ ਦਾ ਨਾਮ ਜਾਣਦੇ ਹੋ? ਸਿਕੰਦਰ, ਚੰਗੇਜ਼ ਖਾਂ, ਅਲਾਉਦੀਨ ਖਿਲਜੀ, ਕੁਬਲਾਈ ਖਾਂ। ਪਿਆਰੇ ਬੱਚਿਓ, ਸਹੀ ਉੱਤਰ ਹੈ ਚੰਗੇਜ਼ ਖਾਂ। ਪੰਜਾਬ ਵਿੱਚ ਸੰਨ 2022 ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਉਸ ਸਮੇਂ ਕੁੱਲ 117 ਮੈਂਬਰਾਂ ਦੀ ਚੋਣ ਕੀਤੀ ਜਾਣੀ ਹੈ। ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕ ਕਿਸ ਪ੍ਰਤੀਨਿਧੀ ਦੀ ਚੋਣ ਵਿੱਚ ਹਿੱਸਾ ਲੈਣਗੇ? MP, ਸਰਪੰਚ, MLA, MC। ਸਹੀ ਉੱਤਰ ਹੈ MLA, ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ। ਭਾਰਤ ਵਿੱਚ ਲੋਕਤੰਤਰ ਪ੍ਰਣਾਲੀ ਹੈ। ਅਸੀਂ ਆਪਣੇ ਵੋਟ ਦੇ ਅਧਿਕਾਰ ਦਾ ਵਰਤੋਂ ਕਰਕੇ ਆਪਣੀ ਪਸੰਦ ਦਾ ਨੇਤਾ ਚੁਣਨ ਵਿੱਚ ਬਰਾਬਰ ਤੇ ਹਿੱਸੇਦਾਰ ਹਾਂ। ਇਸ ਪ੍ਰਕਾਰ ਦੀ ਚੋਣ ਪ੍ਰਣਾਲੀ ਸਾਡੇ ਕਿਸ ਅਧਿਕਾਰ ਨੂੰ ਮਜ਼ਬੂਤ ਕਰਦੀ ਹੈ? ਧਾਰਮਿਕ ਆਜ਼ਾਦੀ ਦਾ ਅਧਿਕਾਰ, ਸਮਾਨਤਾ ਦਾ ਅਧਿਕਾਰ, ਸਿੱਖਿਆ ਦਾ ਅਧਿਕਾਰ, ਆਜ਼ਾਦੀ ਦਾ ਅਧਿਕਾਰ। ਸਹੀ ਉੱਤਰ ਹੈ ਸਮਾਨਤਾ ਦਾ ਅਧਿਕਾਰ। ਨਿਤਿਅਮ ਆਪਣੇ ਦੋਸਤਾਂ ਨੂੰ ਦੱਸ ਰਿਹਾ ਹੈ ਕਿ ਇਸ ਸਦਨ ਦੇ ਮੈਂਬਰਾਂ ਦੀ ਗਿਣਤੀ 60 ਤੋਂ 500 ਵਿਚਕਾਰ ਹੁੰਦੀ ਹੈ। ਇਸ ਦੇ ਮੈਂਬਰਾਂ ਦਾ ਕਾਰਜਕਾਲ 5 ਸਾਲ ਹੁੰਦਾ ਹੈ। ਇੱਥੇ ਇੱਕ ਅਸਥਾਈ ਸਦਨ ਹੈ। ਦੱਸੋ ਨਿਤਿਅਮ ਕਿਸ ਸਦਨ ਦੀ ਗੱਲ ਕਰ ਰਿਹਾ ਹੈ? ਲੋਕ ਸਭਾ, ਵਿਧਾਨ ਸਭਾ, ਵਿਧਾਨ ਪਰਿਸ਼ਦ, ਰਾਜ ਸਭਾ। ਸਹੀ ਉੱਤਰ ਹੈ ਵਿਧਾਨ ਸਭਾ। ਭਾਰਤੀ ਸੰਵਿਧਾਨ ਅਨੁਸਾਰ ਭਾਰਤ ਦਾ ਕੋਈ ਵੀ ਨਾਗਰਿਕ ਜੋ ਯੋਗ ਹੈ ਕਿਸੇ ਵੀ ਚੋਣ ਪ੍ਰਣਾਲੀ ਵਿੱਚ ਹਿੱਸਾ ਲੈ ਸਕਦਾ ਹੈ ਜਾਂ ਖੁਦ ਚੋਣ ਲੜ ਸਕਦਾ ਹੈ। ਇਸ ਸੰਬੰਧੀ ਉਸ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾ ਸਕਦਾ। ਉਪਰੋਕਤ ਸ਼ਬਦਾਂ ਦੇ ਆਧਾਰ 'ਤੇ ਹੇਠਲਿਆਂ ਵਿੱਚੋਂ ਸਹੀ ਵਿਕਲਪ ਚੁਣੋ। ਆਰਥਿਕ ਸਮਾਨਤਾ, ਸੱਭਿਆਚਾਰਕ ਸਮਾਨਤਾ, ਸਮਾਜਿਕ ਸਮਾਨਤਾ, ਰਾਜਨੀਤਿਕ ਸਮਾਨਤਾ। ਸਹੀ ਵਿਕਲਪ ਹੈ ਸਾਡਾ ਰਾਜਨੀਤਿਕ ਸਮਾਨਤਾ। ਸਾਡੇ ਦੇਸ਼ ਦੀ ਕੇਂਦਰ ਸਰਕਾਰ ਦਾ ਨਾਮ ਮਾਤਰ ਦਾ ਮੁਖੀ ਕੌਣ ਹੈ? ਆਪਸ਼ਨਸ ਹਨ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਰਾਜਪਾਲ। ਪਿਆਰੇ ਬੱਚਿਓ, ਸਾਡੇ ਦੇਸ਼ ਦੀ ਕੇਂਦਰ ਸਰਕਾਰ ਦਾ ਨਾਮ ਮਾਤਰ ਦਾ ਮੁਖੀ ਹੁੰਦਾ ਹੈ ਰਾਸ਼ਟਰਪਤੀ। ਮੈਨੂੰ ਉਮੀਦ ਹੈ ਤੁਹਾਨੂੰ ਸਾਰੇ ਪ੍ਰਸ਼ਨਾਂ ਦੇ ਉੱਤਰ ਸਮਝ ਆ ਗਏ ਹੋਣਗੇ। ਧੰਨਵਾਦ ਬੱਚਿਓ, ਧਿਆਨ ਰੱਖਣਾ ਆਪਣਾ।